ਸੋਏ ਉੱਤਰ ਦੇ ਵਜੋਂ ਗਵਾਏ ਆਪਣਾ ਤਖਤ ਨ ਬੈਸਹਿ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਆਪ ਕਰੇ ਕਿਸ ਆਖੀਐ ਅਵਰ ਨਾ ਕੋਇ ਕਰੇ ਬੀਜੋ ਸੂਝੈ ਕੋ ਨਹੀਂ ਬਹਿ ਤੁਲੀਚਾ ਪਾਏ ਨਰਕ ਨਿਵਾਰਨ ਨਰਹਿ ਨਰ ਸਾਚੋ ਸਾਚੈ ਨਾਏ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਣ ਕੀ ਸਤਿਗੁਰ ਹਾਥ ਭੰਡਾਰ ਊਤਮ ਹੋਵਾ ਪ੍ਰਭ ਮਿਲੈ ਇਕ ਮਨ ਏਕੈ ਭਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾਵਾਰ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਖੰਡਾਂ ਬ੍ਰਹਮੰਡਾਂ ਦੇ ਸੁਆਮੀ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਪ੍ਰਗਟ ਸਵਰੂਪ ਸਰਬ ਕਲਾ ਸਮਰੱਥ ਅਕਾਲ ਮੂਰਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਈਮਾਨ ਹੋ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਇਸ ਮਹਾਨ ਉੱਤਮ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ। ਜਿਵੇਂ ਕਿ ਦੱਖਣੀ ਓਂਕਾਰ ਦੇ ਸ਼ਬਦਾਂ ਵਿੱਚ ਆਪਾਂ ਅੱਜ 45 ਨੰਬਰ ਦੇ ਅੱਧੇ ਸ਼ਬਦ ਔਰ 46 ਨੰਬਰ ਸੰਪੂਰਨ, ਜਿਸ ਦਾ ਤਕਰੀਬਨ ਇੱਕੋ ਹੀ ਵਿਸ਼ਾ ਹੈ, ਮਿਲਵੇਂ ਰੂਪ ਵਿੱਚ ਵਿਚਾਰ ਕਰਕੇ ਗੁਰੂ ਚਰਨਾਂ ਦੇ ਨਾਲ ਸਾਂਝ ਪਾਵਾਂਗੇ। ਕੱਲ੍ਹ ਦੇ ਵਿਚਾਰ ਵਿੱਚ ਐਸੇ ਅਕਾਲ ਪੁਰਖ ਦੇ ਬਖਸ਼ੇ ਹੋਏ ਲੋਕਾਂ ਦੀ ਵਾਰਤਾ ਸੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਲਿਖੇ ਹੋਏ ਪਰਵਾਨੇ ਅਨੁਸਾਰ, ਹੁਕਮ ਅਨੁਸਾਰ, ਜਿਵੇਂ ਉਹਨੇ ਇਸ ਜਗਤ ਵਿੱਚ ਉਹਨਾਂ ਨੂੰ ਭੇਜਿਆ ਹੈ। ਕਿਉਂਕਿ ਮਨੁੱਖੀ ਜਗਤ ਵਿੱਚ ਆਮ ਤੌਰ ਤੇ ਆਪਾਂ ਬਹੁਤੇ ਜਿੰਨੇ ਆਏ ਹਾਂ ਉਹਦੇ ਪਿੱਛੇ ਸਾਡਾ ਕਾਰਨ ਹੈ ਕਿ ਸਾਡੇ ਅੰਦਰ ਕੁਝ ਵਾਸ਼ਨਾ ਹੈ, ਸਾਡੇ ਅੰਦਰ ਕੁਝ ਇੱਛਾ ਹੈ ਤੇ ਕਰਮਾਂ ਦੇ ਅਧੀਨ ਅਸੀਂ ਜਨਮ ਲਿਆ ਹੈ। ਪਰਮਾਤਮਾ ਜਨਮ ਦਿੰਦਾ ਹੈ ਆਦਮੀ ਦੀ ਇੱਛਾ ਪੂਰੀ ਕਰਨ ਵਾਸਤੇ, ਪਰ ਕੁਝ ਐਸੇ ਲੋਕ ਨੇ ਜਿਹੜੇ ਕਰਮਾਂ ਦੇ ਅਧੀਨ ਇਸ ਜਗਤ ਵਿੱਚ ਨਹੀਂ ਆਏ।
ਉਹ ਇਸ ਜਗਤ ਵਿੱਚ ਸਪੈਸ਼ਲ ਡਿਊਟੀ ਅਧੀਨ ਪਰਮਾਤਮਾ ਵੱਲੋਂ ਭੇਜੇ ਗਏ। ਗੁਰਮੁਖ ਘੱਲੇ ਆਉਣ ਜਾਵਣ ਸੱਦਿਆ, ਭਾਈ ਗੁਰਦਾਸ ਸਾਹਿਬ ਜੀ। ਉਹ ਘੱਲੇ ਹੋਏ ਆਉਂਦੇ ਨੇ, ਉਹਨਾਂ ਦੀ ਆਉਣਾ ਮਜਬੂਰੀ ਨਹੀਂ, ਔਰ ਉਹਨਾਂ ਦਾ ਇੱਥੇ ਆਉਣਾ ਵੀ ਸਾਡੇ ਵਰਗਾ ਨਹੀਂ ਹੈ। ਬੰਧਨ ਤੋਂ ਨਿਰਲੇਪ ਹਨ। ਸਰੀਰ ਉਹਨਾਂ ਦਾ ਇਸ ਜਗਤ ਵਿੱਚ ਵਿਚਰੀ ਜਾਂਦਾ ਹੈ, ਸਰੀਰ ਉਹਨਾਂ ਦਾ ਇਸ ਜਗਤ ਵਿੱਚ ਰਹਿੰਦਾ ਹੈ। ਤਾਂ ਇੱਕ ਬੜਾ ਪਿਆਰਾ ਸ਼ਬਦ ਜੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ, ਇਹਨਾਂ 40 ਦਿਨਾਂ ਸਮਾਗਮਾਂ ਦੇ ਵਿੱਚ ਰੋਜ਼ ਭਾਈ ਜਸਵਿੰਦਰ ਸਿੰਘ ਤੁਹਾਨੂੰ ਦੱਸਦੇ ਨੇ, 40 ਮੁਕਤੇ। ਮੁਕਤਾ ਕੌਣ ਹੈ? ਮੁਕਤ ਕਿਸ ਨੂੰ ਕਹਿੰਦੇ ਨੇ? ਮੁਕਤ ਦਾ ਅਰਥ ਹੈ ਸਰੀਰ ਜਿਹਦੇ ਕੋਲ ਹੈ, ਪਰ ਸਰੀਰ ਉਹਨੂੰ ਹੁਣ ਬੰਧਨ ਨਹੀਂ ਪਾਉਂਦਾ। ਮੁਕਤਾ ਕੌਣ ਹੈ? ਮੁਕਤਾ ਉਹ ਹੈ ਮਨ ਜਿਹਦੇ ਕੋਲ ਹੈ, ਪਰ ਮਨ ਉਹਨੂੰ ਬੰਧਨ ਨਹੀਂ ਪਾਉਂਦਾ। ਇਹ ਦੋ ਬੰਧਨਾਂ ਵਿੱਚ ਆਪਾਂ ਸਾਰੇ ਜਿਉਂਦੇ ਪਏ। ਸਰੀਰ ਦਾ ਬੰਧਨ ਹੈ, ਸਰੀਰ ਦੇ ਰਸਾਂ ਦੇ ਬੰਧਨ ਨੇ ਸਾਨੂੰ ਉਹਨਾਂ ਵਿੱਚ ਜਕੜੇ ਪਏ। ਮਨ ਦੀਆਂ ਆਦਤਾਂ ਦੇ ਬੰਧਨ ਨੇ, ਮਨ ਦੀ ਖੁਰਾਕ ਕੇ ਮਨ ਦੇ ਰਸ ਨੇ। ਮਨ ਉਸਤਤ ਚਾਹੁੰਦਾ ਹੈ, ਮਨ ਨਿੰਦਿਆ ਤੋਂ ਭੱਜਦਾ ਹੈ, ਮਨ ਸੁੱਖ ਚਾਹੁੰਦਾ ਹੈ ਔਰ ਦੁੱਖ ਤੋਂ ਆਪਣੇ ਕੱਪੜੇ ਸੰਕੋਚਦਾ ਰਹਿੰਦਾ ਹੈ। ਪਰ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਨੂੰ ਮੁਕਤ ਕਿਹਾ, ਮੁਕਤ ਦੇ ਅਰਥ ਹੋਰ ਕੁਝ ਵੀ ਨਹੀਂ, ਮੁਕਤੀ ਦਾ ਸੰਬੰਧ ਮਰਨ ਨਾਲ ਕੋਈ ਵੀ ਨਹੀਂ ਹੈ। ਮੁਕਤ ਅਸਲ ਵਿੱਚ ਹੈ ਹੀ ਉਹ ਆ ਦੇਹ ਜਿਹਦੇ ਕੋਲ ਹੈ, ਸਰੀਰ ਜਿਹਦੇ ਕੋਲ ਹੈ, ਪਰ ਸਰੀਰ ਦਾ ਕੋਈ ਵੀ ਰਸ ਉਹਨੂੰ ਬੰਧਨ ਵਿੱਚ ਨਹੀਂ ਪਾ ਲਿਆ। ਉਸ ਦਿਨ ਸਮਝ ਲੈਣਾ। ਔਰ ਸਾਡੀ ਜਿਹੜੀ ਮੰਜ਼ਿਲ ਹੈ ਉਹ ਮੁਕਤੀ ਹੈ, ਖਿਆਲ ਰੱਖਣਾ। ਮੁਕਤੀ ਦੇ ਸਿੱਧੇ ਅਰਥ ਨੇ ਆਜ਼ਾਦੀ, ਸੁਤੰਤਰਤਾ। ਸੁਤੰਤਰ ਹੋ ਜਾਣਾ, ਆਜ਼ਾਦ ਹੋ ਜਾਣਾ, ਬੰਧਨਾਂ ਤੋਂ ਖਾਲੀ ਹੋ ਜਾਣਾ। ਨਾ ਉਸਤਤ ਬੰਧਨ ਪਾਏ, ਨਾ ਨਿੰਦਿਆ ਬੰਧਨ ਪਾਏ। ਸਾਡੀ ਮੰਜ਼ਿਲ ਹੈ। ਆਪਾਂ ਭਾਵੇਂ ਅੱਜ ਨਹੀਂ ਪਹੁੰਚੇ ਉੱਥੇ। ਨਾਮ ਜਪਣ ਦਾ ਪ੍ਰਯੋਜਨ ਇਹੀ ਹੈ, ਆਦਮੀ ਦੀਆਂ ਰੱਸੀਆਂ ਖੁੱਲ ਜਾਣ। ਔਰ ਇਹੀ ਦੁੱਖ ਨੇ ਜੀਵਨ ਦੇ। ਉਸਤਤ ਵਾਸਤੇ ਦੌੜਨਾ, ਨਿੰਦਿਆ ਤੋਂ ਬਚਣਾ। ਗੁਰੂ ਤੇਗ ਬਹਾਦਰ ਸਾਹਿਬ ਮੁਕਤ ਪੁਰਸ਼ ਦੀ ਪਰਿਭਾਸ਼ਾ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਹ ਗੱਲਾਂ ਦੀ ਵਿਆਖਿਆ ਬੜੀ ਸੌਖੀ। ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈਣਾ ਅਤੀ ਕਠਿਨ, ਬਹੁਤ ਔਖਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬ੍ਰਹਮ ਗਿਆਨੀ ਨੂੰ ਜ਼ਮੀਨ ਦੇ ਨਾਲ ਤੁਲਨਾ ਦਿੱਤੀ ਗਈ ਹੈ, ਮਿੱਟੀ ਦੇ ਨਾਲ। ਬੜਾ ਔਖਾ ਹੈ। ਬ੍ਰਹਮ ਗਿਆਨੀ ਨੂੰ ਮਿੱਟੀ ਨਾਲ ਤੁਲਨਾ ਦਿੱਤੀ ਗਈ ਹੈ। ਆਪਣੇ ਵਿੱਚ ਕਿੱਥੇ ਉਹ ਧੀਰਜ ਹੈ? ਸਾਡੀ ਉਤੇਜਨਾ, ਸਾਡਾ ਕਾਲਾਪਣ ਹੀ ਦੱਸਦਾ ਹੈ ਕਿ ਅਸੀਂ ਅਜੇ ਉਸ ਮੰਜ਼ਿਲ ਤੋਂ ਕਿੰਨੇ ਕੁ ਮੀਲਾਂ ਦੀ ਦੂਰੀ ਤੇ ਬੈਠੇ ਹੋਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਬ੍ਰਹਮ ਗਿਆਨੀ ਕੈ ਧੀਰਜ ਏਕ। ਬ੍ਰਹਮ ਗਿਆਨੀ ਦੇ ਅੰਦਰ ਇੱਕ ਧੀਰਜ ਹੁੰਦੀ ਹੈ। ਕਿਵੇਂ ਦੀ ਧੀਰਜ? ਜਿਉਂ ਬਸਦਾ ਕੋਊ ਖੋਦਾ ਹੈ। ਬਸਦਾ ਦੇ ਅਰਥ ਨੇ ਮਿੱਟੀ। ਮਿੱਟੀ ਨੂੰ ਕੋ ਕਈ ਲੈ ਕੇ ਪੁੱਟਣ ਲੱਗ ਪਵੇ ਤਾਂ ਵੀ ਨਾ ਨਹੀਂ। ਕੋਊ ਚੰਦਨ ਲੇਪ, ਕੋਈ ਉਹਦੇ ਉੱਤੇ ਚੰਦਨ ਛਿੜਕਣ ਲੱਗ ਪਵੇ, ਚੰਦਨ ਛਿੜਕਾ ਕੇ ਉਹਦੇ ਮਨ ਵਿੱਚ ਹੰਕਾਰ ਨਹੀਂ ਆਉਂਦਾ। ਤੇ ਹਰ ਰੋਜ਼ ਅਸੀਂ ਹਜ਼ਾਰਾਂ ਬੰਦੇ ਜ਼ਮੀਨ ਦੇ ਉੱਤੇ ਜੁੱਤੀਆਂ ਪਾ ਕੇ ਤੁਰਨੇ ਆ, ਉਹਦੇ ਵਿੱਚ ਕਦੀ ਹੀਣਤਾ ਨਹੀਂ ਆਉਂਦੀ। ਕਦੀ ਉਹਨੇ ਨਹੀਂ ਕਿਹਾ ਮੇਰੇ ਸਿਰ ਤੋਂ ਲੰਘਿਆ। ਉਹ ਐਸੀ ਧੀਰਜ ਵਾਲੀ ਏ, ਆਪਣੇ ਵਿੱਚੋਂ ਸਾਨੂੰ ਪਾਣੀ ਦਿੰਦੀ ਏ ਤੇ ਆਪਣੇ ਵਿੱਚੋਂ ਅਨਾਜ ਦਿੰਦੀ ਹੈ। ਬ੍ਰਹਮ ਗਿਆਨੀ ਉਹ ਹੈ। ਬ੍ਰਹਮ ਗਿਆਨੀ ਨੂੰ ਕੋਈ ਲਤਾੜ ਵੀ ਜਾਏ, ਇਹ ਗੱਲ ਵੱਖਰੀ ਹੈ। ਦੂਸਰੇ ਪਾਸੇ ਸ਼ਬਦ ਦੂਸਰਾ ਢਾਂਚਾ ਬਦਲਦਾ ਹੈ।
ਜਿਹੜਾ ਤੁਸੀਂ ਸਵੇਰੇ ਹੁਕਮਨਾਮਾ ਸੁਣਿਆ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾਂ ਕੈ ਜਾਂ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ। ਐਸੇ ਲੋਕਾਂ ਦੀ ਯਾਦ ਕਹਿੰਦੇ ਬੰਦੇ ਦੀ ਦੇਹ ਨੂੰ ਪਵਿੱਤਰ ਕਰ ਦਿੰਦੀ, ਮਨ ਬੜੀ ਦੂਰ ਹੈ। ਜਨ ਕੇ ਸੰਗ ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਈ। ਸਤਿਗੁਰੂ ਨੇ ਐਸੇ ਲੋਕਾਂ ਦੀ ਵਿਆਖਿਆ ਕੀਤੀ ਜਿਨ੍ਹਾਂ ਨੇ ਮੁਕਤੀ ਨੂੰ ਪ੍ਰਾਪਤ ਕਰ ਲਿਆ। ਮੁਕਤੇ 40 ਮੁਕਤੇ ਕੀ ਹੈ? ਸਾਨੂੰ ਆਪਣੀ ਜ਼ਿੰਦਗੀ ਦਾ ਪਤਾ ਹੈ ਅਸੀਂ ਕਿੰਨੇ ਕੁ ਮੁਕਤ ਹਾਂ, ਔਰ ਮੁਕਤ ਹੋਣਾ ਤੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸੰਭਵ ਨਹੀਂ। ਪਰ ਦੁੱਖ ਇਸ ਗੱਲ ਦਾ ਅਸੀਂ ਮੁਕਤ ਹੋਣ ਦਾ ਯਤਨ ਵੀ ਨਹੀਂ ਕਰ ਰਹੇ। ਦੋ ਚੀਜ਼ਾਂ ਨੇ ਖਿਆਲ ਰੱਖਣਾ, ਪ੍ਰਾਪਤੀ ਕਰ ਲੈਣੀ ਤੇ ਪ੍ਰਾਪਤੀ ਦਾ ਯਤਨ ਕਰਨਾ। ਪ੍ਰਾਪਤੀ ਲਈ ਉਸਾਰੂ ਕਦਮ ਚੁੱਕਣੇ, ਪਰ ਨਹੀਂ। ਅਸੀਂ ਹਰ ਸਮੇਂ ਰੱਸੀਆਂ ਨਵੀਆਂ ਖਰੀਦ ਰਹੇ ਹਾਂ ਕਿ ਹੋਰ ਵੱਜ ਜਾਈਏ। ਅਸੀਂ ਆਪਣੀਆਂ ਆਦਤਾਂ ਨੂੰ ਹੋਰ ਸਖਤ ਕਰੀ ਜਾ ਰਹੇ ਹਾਂ। ਕੀ ਹੋਇਆ? ਸਸਤੀ ਰੱਸੀ ਸੁੱਟ ਦਿੱਤੀ, ਸਸਤੀ ਸੀ, ਤੇ ਮਹਿੰਗੀ ਰੱਸੀ ਖਰੀਦ ਲਈ, ਮਹਿੰਗਾ ਸੰਗਲ ਖਰੀਦ ਲਿਆ ਸੋਨੇ ਦਾ। ਕੀ ਹੋਇਆ? ਸੰਸਾਰ ਦੀ ਹਉਮੈ ਛੱਡ ਦਿੱਤੀ, ਹੁਣ ਧਰਮ ਦੀ ਹਉਮੈ ਸ਼ੁਰੂ ਹੋ ਗਈ। ਇਹ ਵੀ ਹਉਮੈ ਹੀ। ਸੰਸਾਰ ਦੀ ਹਉਮੈ ਥੋੜ੍ਹੀ ਜਿਹੀ ਸਸਤੀ ਹੈ, ਧਰਮ ਦੀ ਹਉਮੈ ਥੋੜ੍ਹੀ ਜਿਹੀ ਮਹਿੰਗੀ, ਉਹ ਚਮਕਦੀ ਹੈ, ਉਹਦਾ ਆਕਾਰ ਛੋਟਾ ਹੈ। ਖਿਆਲ ਰੱਖਣਾ, ਜਦੋਂ ਕੋਈ ਹੀਰਾ ਖਰੀਦਦਾ ਹੈ ਤੇ ਹੀਰਾ ਬਾਹਰ ਨਹੀਂ ਦਿਸਦਾ। ਅਸੀਂ ਕਹਿੰਦੇ ਹਾਂ ਮੇਰੇ ਵਿੱਚ ਹਉਮੈ ਨਹੀਂ ਹੈ, ਅਸੀਂ ਕਹਿ ਦਿੰਦੇ ਹਾਂ ਮੇਰੇ ਵਿੱਚ ਕਿਹੜੀ ਹਉਮੈ ਹੈ। ਹੀਰਾ ਜਿਹੜਾ ਬਿਲਕੁਲ ਛੋਟਾ ਹੈ, ਜੇਬ ਵਿੱਚ ਲੁਕਿਆ ਰਹਿੰਦਾ ਹੈ। ਪਰ ਜੇ ਉਸ ਹੀਰੇ ਨਾਲ ਆਪਾਂ ਕੋਈ ਚੀਜ਼ ਖਰੀਦ ਲਈਏ, ਰਸਤ ਖਰੀਦੀਏ, ਤੇ ਉਹਦੇ ਟਰੱਕ ਭਰੇ ਜਾਣਗੇ, ਦਿਸਣ ਲੱਗ ਪਏਗਾ ਵੀ ਇਸ ਬੰਦੇ ਕੋਲ ਕਿੰਨੀ ਰਸਤ ਹੈ, ਕਿੰਨੇ ਕੁਇੰਟਲ। ਸੰਸਾਰ ਦੀ ਹਉਮੈ ਰਸਤ ਵਰਗੀ ਉਹ ਦਿਸ ਪੈਂਦੀ ਏ। ਧਰਮ ਦੀ ਜਿਹੜੀ ਹਉਮੈ ਹੈ ਉਹ ਹੀਰੇ ਵਰਗੀ, ਉਹ ਜੇਬ ਦੇ ਵਿੱਚ ਲੁਕ ਕੇ ਰਹਿੰਦੀ, ਪਤਾ ਨਹੀਂ ਲੱਗਦਾ, ਹੁੰਦੀ ਉਨੀ ਹੀ ਹੈ। ਮੰਨ ਲਓ 1 ਏਕੜ ਜ਼ਮੀਨ ਦਾ ਮੁੱਲ 1 ਕਰੋੜ ਹੈ। ਕਰੋੜ ਰੁਪਈਆ ਤੁਸੀਂ ਕਰੰਸੀ ਵਿੱਚ ਲਵੋ ਤੇ ਬੋਰੀ ਭਰੀ ਜਾਏਗੀ, ਮੋਢੇ ਤੇ ਚੁੱਕ ਕੇ ਤੁਰੋ, ਲੋਕ ਕਹਿਣਗੇ ਇਹਦੇ ਕੋਲ 1 ਕਰੋੜ ਰੁਪਈਆ। ਪਰ ਜੇ ਉਸੇ ਕਰੋੜ ਰੁਪਈਏ ਨੂੰ ਛੋਟੇ ਜਿਹੇ ਕਾਰਡ ਦੇ ਵਿੱਚ ਆਪਾਂ ਭਰ ਲਈਏ ਬੈਂਕ ਬੈਲੈਂਸ ਦੇ, ਉਹ ਕਾਰਡ ਨਜ਼ਰ ਨਹੀਂ ਆਉਂਦਾ, ਜੇਬ ਵਿੱਚ ਪਿਆ ਹੋਇਆ। ਧਰਮ ਦੀ ਹਉਮੈ ਨਜ਼ਰ ਨਹੀਂ ਆਉਂਦੀ, ਦਿਸਦੀ ਨਹੀਂ। ਮੁਕਤ ਵਿਅਕਤੀ ਦਾ ਅਰਥ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਾਂ ਤੇ ਖਤਮ ਹੋ ਚੁੱਕੀਆਂ ਨੇ, ਤੇ ਜਾਂ ਉਹਨਾਂ ਨੂੰ ਖਤਮ ਕਰਨ ਲਈ ਉਹ ਦਿਨ ਰਾਤ ਉਪਰਾਲੇ ਵਿੱਚ ਹੈ, ਯਤਨ ਵਿੱਚ। ਭਾਈ ਵੀਰ ਸਿੰਘ ਕਹਿੰਦੇ ਨੇ, ਨਿਸ਼ਾਨੀ ਕੀ ਧਰਮੀ ਬੰਦੇ ਦੀ? ਜੋ ਕਰਦਾ ਕੁਝ, ਜਿਹਦੀ ਕੋਈ ਮੰਜ਼ਿਲ, ਜਿਹਦਾ ਕੋਈ ਨਿਸ਼ਾਨਾ ਹੈ। ਉਹ ਕਹਿੰਦੇ ਨੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਆਰਾਮ ਦਾ ਤੇ ਧਰਮੀ ਬੰਦੇ ਦਾ ਮਤਲਬ ਕੀ ਹੈ? ਆਰਾਮ ਨਾਲ ਉਹਦਾ ਸੰਬੰਧ ਕੀ ਹੈ? ਇੱਥੇ ਆਰਾਮ ਦੇ ਅਰਥ ਨੇ ਮਿਸ਼ਨ ਤੋਂ ਹੀਣ ਹੋ ਜਾਣਾ, ਨਿਸ਼ਾਨੇ ਤੋਂ ਖੁੰਝ ਜਾਣਾ, ਕੰਮ ਕਰਨਾ ਛੱਡ ਦੇਣਾ, ਆਪਣੇ ਆਪ ਨੂੰ ਮੁਕਤੀ ਵੱਲ ਲੈ ਕੇ ਜਾਣਾ। ਵੈਸੇ ਭਾਵੇਂ ਕਰਮ ਕਿੰਨੇ ਕਰੀ ਜਾਣੇ ਥੱਕਣ ਵਾਲੇ, ਪਰ ਹਉਮੈ ਨੂੰ ਮਾਰਨ ਵਾਲਾ ਇੱਕ ਵੀ ਕਰਮ ਨਹੀਂ ਕਰਨਾ। ਪਰ ਜਿਨ੍ਹਾਂ ਦੇ ਅੰਦਰ ਖਿੱਚ ਪਈ, ਕਹਿੰਦੇ ਉਹਨਾਂ ਨੇ ਖਿੱਚ ਖਾਧੀ, ਉਹ ਕਦੀ ਆਰਾਮ ਨਹੀਂ ਕਰਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨੇਹ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ, ਦਿਨੇ ਰਾਤ ਉਹਨਾਂ ਦੀ ਚਾਲ ਕਦੀ ਖਤਮ ਨਹੀਂ ਹੁੰਦੀ। ਮੁਕਤੀ ਦਾ ਅਰਥ ਹੈ ਮਨ ਦੀਆਂ ਤੇ ਸਰੀਰ ਦੀਆਂ ਆਦਤਾਂ ਤੋਂ ਜਾਂ ਛੁੱਟ ਜਾਣਾ ਜਾਂ ਛੁੱਟਣ ਦਾ ਯਤਨ ਕਰਨਾ, ਉਸ ਰਾਹ ਤੇ ਤੁਰਨਾ। ਮੁਕਤੇ ਕੌਣ ਸਨ? ਉਹਨਾਂ ਨੂੰ ਕਿਹਾ ਗਿਆ ਗੁਰਮਤ ਦੇ ਵਿੱਚ ਬਦੇ ਮੁਕਤ। ਮੁਕਤੀ ਉਹਨਾਂ ਨੂੰ ਮਿਲਦੀ, ਦੇਹ ਤੋਂ ਮੁਕਤ ਹੋ ਗਿਆ, ਜਿਹੜੇ ਸਰੀਰ ਤੋਂ, ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਸਰੀਰ ਤੋਂ ਉੱਚੇ ਉੱਠ ਗਏ, ਗੁਰੂ ਕੇ ਸ਼ਬਦ ਨਾਲ ਜਿਉਣ ਲੱਗ ਪਏ। ਗੁਰੂ ਕੇ ਸ਼ਬਦ ਦੀ ਖੁਰਾਕ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਗਈ। ਸਤਿਗੁਰੂ ਉਹਨਾਂ ਬਾਰੇ ਅੱਜ ਕਹਿ ਰਹੇ ਨੇ, ਉਹਨਾਂ ਦੀ ਇੱਕ ਨਿਸ਼ਾਨੀ ਹੈ ਕਿ ਉਹ ਆਪਣੇ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਕਦੀ
सिर चुक के अगों जवाब नहीं देंदे ठोक के, इत्थों शुरू हुंदा है। उन्हां दी निशानी किहड़ी है? उन्हां दी निशानी है सिर उन्हां दा चुकिया रहिंदा है। उन्हां दी निशानी है जो हुक्म है उहदे उत्ते कदी किंतु नहीं करते, अपने वल्लों कदी खड़े होके कहंदे नहीं कि तुसां मैनूं ये क्यों किया। आ बचन आया जिहदे विच कहंदे ने सतगुरु गुरु नानक साहब नूं ब्राह्मण पुछदा है किहड़ी जुगत है, किहड़ा तरीका है, ते जवाब देंदे ने सतगुरु चाकर कही है कसम का सौ है उत्तर दे। सौ दा अर्थ है परमात्मा, हे दा अर्थ है गुरु कोलों जवाब मंगन लग पिया भी तुसां मैनूं ये क्या है, ये क्यों किया, मैनूं जवाब मंगन लग पिया। उहनूं कहंदे ने चाकर लगे चाकरी नाले गर्भ वाद गल्लां करे कनेरियां खसम ना पाए साध। गल्लां नाल जवाब दिंदा है, करदा सलाम भी है, सलाम जवाब दोवें करे, मुढ़ों कुत्था जाए नानक दोवें कूड़ियां थाए ना काई पाए। वो लेखे विच नहीं पैंदा। इस करके कहंदे ने वो जवाब नहीं देगा कदी, 100 नूं कदी जवाब नहीं देंदा। वो जिंदगी दे विच अपना सारा जीवन समर्पण कर दिंदा है, कदी सवाल नहीं उठाउंदा। ते सतगुरु एक एक बचन कह रहे ने चाकर कही है खसम का सौ है उत्तर दे। जे कोई चाकर बन के सिख बन के अपने गुरु नूं जवाब देन लग पवे, अगों गुरु नूं ना नुकर करन लग पवे, वजों गवाए अपना गुरु वालों जिहड़ी दात उन्होंने मिलनी है जां मिल रही सी, उहदे विच रुकावट आ सकती है। ख्याल रखना, जिहड़ी तनख्वाह मिल रही सी, वजों का अर्थ है तनख्वाह, गवाए अपना तख्त ना बैसें से। गुरु ने उन्होंने किसी तख्त ते बिठा दिता सी, कोई अवस्था बना दी सी उहदी। इहदे अर्थ भाव अर्थ ये ने, कई बारी आपां गुरु वालों बख्शां सानू मिलनियां शुरू हो जांदी ने। सारियां दे आपो अपने तजर्बे। गुरसिख नितनेम करदा, बाणी पढ़दा, सिमरन करदा, अभ्यास करदा है, सतगुरु वालों कोई बख्शां आउणियां शुरू हो जांदियां ने, दातां मिलनियां शुरू हो जांदियां ने। गुरु किसी उच्चे तख्त ते बिठा दिंदा ऐसे लोकां नूं, पर कई बारी इस तरह हुंदा है दात थोड़ी जी मिलदी है ते अंदर दी एक कमजोरी उसनूं कहंदे ने मनुख दी मैं हंकार अंदरों जन्म लैंदा है भी मैं तां इन्नी जल्दी जुड़ गया, बस ये विचार आउण दी देर है, वो मिलती हुई तनख्वाह उत्थे बंद हो जाती, सारा कुछ रुक जाता। अज दे समय दे विच मनुख दा बुनियादी रोग ना काम है, ना क्रोध है, ना लोभ ते ना मोह। इहदा बुनियादी रोग हंकार है। ਇਹਦੀ ਬਿਰਤੀ नहीं मरती, ਇਹਦੀ मैं नहीं मरती। प्राप्त ਹੁੰਦਿਆਂ ही हंकार ਦੇ ਆਉਣ ਦੀ बड़ी संभावना है, मिलदिਆਂ सार। इसे करके सतगुरु ਵੱਲੋਂ सानू इन्ना लेट किया जाता है, अगे दी अगे पा दिता जाता है, इन्ने इन्ने साल सानू घसीटिया जाता है। ਉਹਦਾ ਇੱਕੋ ही कारण है, होर कोई कारण नहीं। ਆਪਾਂ ਕਹਿੰਦੇ ਆ 5 साल हो गए, 7 हो गए, 10 15 20 ਤੇ ਅਜੇ ਤੱਕ ਬਹੁਤ ਕੁਝ ਕੀਤਾ ਅਸੀਂ ਸਿੱਖੀ ਕਮਾਈਏ, ਪਰ ਸਾਡੀ ਝੋਲੀ ਵਿੱਚ ਅੰਦਰੂਨੀ ਤੌਰ ਤੇ ਦਾਤ ਕੋਈ ਨਹੀਂ ਪਈ। ਤੇ ਕਦੀ ਕਦੀ ਤਾਂ ਮਨ ਕਹਿੰਦਾ ਪਤਾ ਨਹੀਂ ਗੁਰੂ ਕੋਲ ਹੈ ਵੀ ਕਿ ਨਹੀਂ। ਕਿਤੇ ਕਿਤੇ ਇਹ ਵੀ ਖਿਆਲ ਆਉਂਦਾ ਵੀ ਜਿਹੜੀ ਬਾਣੀ ਅਸੀਂ ਪੜ੍ਹ ਰਹੇ ਹਾਂ ਪਤਾ ਨਹੀਂ ਇਹਦੇ ਵਿੱਚ ਕੁਝ ਹੈ ਕਿ ਨਹੀਂ, ਹੋਰ ਕੋਈ ਲੱਭੀਏ। ਇਹ ਸਾਰੀਆਂ ਚੀਜ਼ਾਂ ਸ਼ੱਕ ਕੁਦਰਤੀ ਤੌਰ ਤੇ ਪੈਦਾ ਹੋਣੇ ਨੇ, ਕਿਉਂਕਿ ਸਮਾਂ ਲੰਬਾ ਹੈ, ਵਕਤ ਲੰਬਾ ਹੁੰਦਾ ਜਾ ਰਿਹਾ। पर इस वक्त का जिहड़ी सानू सिक्खी की कमाई करदियां साडी झोली विच कुछ नहीं पैंदा, इस वक्त की लंबाई का कारण ना तो गुरु विच कमी है, ना गुरु की बाणी विच, ते ना जो कुछ असी करने वो गलत है, कुछ भी गलत नहीं। इहदा सब तो वड्डा कारण है कि गुरु साडे अंदर नूं वेखदा है कि इहनूं एक किणका दिता नहीं ते इहने अपने उत्ते मोहर लाई नहीं, होमे दी भटक जाएगा। इस करके इनू घसीटिया जाए जिन्ना।
ਚੰਗੀ ਤਰ੍ਹਾਂ ਤਰਲੇ ਕਢਾਏ ਜਾਣ ਤਾਂ ਕਿ ਪਰਤ ਕੇ ਇਹ ਨਾ ਕਵੇ ਵੀ ਮੈਂ ਇਹ ਕੀਤਾ ਤੇ ਇੰਨੀ ਜਲਦੀ ਹੋ ਗਿਆ। ਚੰਗੀ ਤਰ੍ਹਾਂ ਇਹਨੂੰ ਘਸੀਟ ਲਿਆ ਜਾਏ। ਔਰ ਇਸੇ ਕਰਕੇ ਧਰਮ ਦੇ ਮਾਰਗ ਦੇ ਉੱਤੇ ਉਸਤਾਦ ਤੇ ਸ਼ਾਗਿਰਦ ਦੀ ਪਰਿਭਾਸ਼ਾ ਸ਼ੁਰੂ ਹੋਈ। ਵਿਦਿਆ ਤੇ ਇੱਕ ਦਿਨ ਵਿੱਚ ਲਈ ਜਾ ਸਕਦੀ ਹੈ, ਧਿਆਨ ਦੇਣਾ। ਅੱਜ ਆਦਮੀ ਧਰਮ ਲੱਭ ਇਸੇ ਤਰ੍ਹਾਂ ਰਿਹਾ। ਮੈਂ ਬੇਨਤੀ ਕਰਾਂ, ਲੱਭ ਅਸੀਂ ਇਸੇ ਤਰ੍ਹਾਂ ਰਹੇ ਹਾਂ ਧਰਮ, ਪਰ ਉਹਨੂੰ ਟਿਕਾਵਾਂਗੇ ਕਿੱਥੇ? ਆਦਮੀ ਅੱਜ ਬਸ 2-4 ਚੀਜ਼ਾਂ ਗੱਲਾਂ ਪੁੱਛ ਕੇ ਸੋਚਦਾ ਹੈ ਕਿ ਮੈਂ ਉਸ ਅਵਸਥਾ ਵਿੱਚ ਪਹੁੰਚ ਜਾ। ਕਿਵੇਂ ਜਾਇਆ ਜਾਏਗਾ? ਸੌਖੀ ਗੱਲ ਹੈ। ਜਿੰਨਾ ਚਿਰ ਉਸ ਪ੍ਰੋਸੀਜਰ ਵਿੱਚੋਂ, ਸੁਭਾਅ ਵਿੱਚੋਂ ਨਹੀਂ ਲੰਘਦਾ, ਕਿਵੇਂ ਗੁਜ਼ਰੇਗਾ? ਉਹ ਕਿਹੜਾ ਤਰੀਕਾ ਹੈ? ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਅਸੀਂ ਸਭ ਕੁਝ ਕਰਨੇ ਆ, ਕੁਝ ਵੀ ਨਹੀਂ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਜਿਹੜਾ ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਉਹ ਹੀ ਬਾਬਾ ਅਤਰ ਸਿੰਘ ਹੋਰਾਂ ਨੇ ਪੜ੍ਹਿਆ। ਉਹਨਾਂ ਦੀ ਯਾਦ ਵਿੱਚ ਪਾਠ ਚੱਲਦੇ ਨੇ। ਜਿਹੜਾ ਵਾਹਿਗੁਰੂ ਅਸੀਂ ਕਹਿੰਦੇ ਉਹ ਹੀ ਬਾਬਾ ਅਤਰ ਸਿੰਘ ਹੋਰਾਂ ਨੇ ਕਿਹਾ। ਪਰ ਉਹ ਸ਼ਖਸੀਅਤ ਜਿੱਥੇ ਜਾ ਕੇ ਬਹਿੰਦੀ ਏ, 1 ਮੀਲ ਦਾ ਲੰਮਾ ਪਹਾੜ ਏ ਤੇ ਉਹਦੇ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਹੈ। ਆਪਣੀ ਗੁਫਾ ਵਿੱਚੋਂ ਉੱਠ ਕੇ ਬਾਹਰ ਆ ਗਿਆ। ਕਿਉਂ? ਕਹਿੰਦਾ ਅੱਜ ਪਤਾ ਨਹੀਂ ਸਾਰੇ ਪਹਾੜ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਪਈ ਆਉਂਦੀ ਹੈ। ਉਹ ਕਿਹੜੀ ਸ਼ਖਸੀਅਤ ਹੈ ਜਿਹਨੇ ਪਹਾੜਾਂ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ? ਕਾਰਨ ਕੀ ਹੈ? ਮਨ ਕਿੱਥੇ ਰੁਕਿਆ? ਮੈਨੂੰ ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਹੋਰ ਘਟਨਾ 2-4 ਮਿੰਟਾਂ ਵਿੱਚ ਕਹਿੰਦਾ ਜਾਵਾਂ। ਜਦੋਂ ਉਹ ਹਜ਼ੂਰ ਸਾਹਿਬ ਗਏ ਨੇ ਤੇ ਉੱਥੇ ਉਹਨਾਂ ਨੇ ਗੋਦਾਵਰੀ ਦੇ ਕਿਨਾਰੇ ਤੇ ਜਿੱਥੇ ਬੈਠ ਕੇ ਉਹ ਬਾਣੀ ਦਾ ਅਭਿਆਸ ਕਰਦੇ ਸਨ, ਜਪਜੀ ਸਾਹਿਬ ਦਾ, ਰੋੜਿਆਂ ਦੀ ਇੱਕ ਉਹਨਾਂ ਨੇ ਮੁੱਠ ਕੋਲ ਰੱਖ ਲੈਣੀ, ਇੱਕ ਪਾਠ ਕਰ ਲੈਣਾ, ਇੱਕ ਰੋੜਾ ਨਦੀ ਵਿੱਚ ਸਿੱਟ ਦੇਣਾ, ਇੱਕ ਪਾਠ ਕਰ ਲੈਣਾ, ਇੱਕ ਰੋੜਾ ਨਦੀ ਵਿੱਚ ਸਿੱਟ ਦੇਣਾ। ਧਿਆਨ ਦੇਣਾ। ਜਦੋਂ ਉੱਥੇ ਹਜ਼ੂਰ ਸਾਹਿਬ ਗਏ ਸੀ, ਵੇਖੋ ਇਸ ਮਾਰਗ ਦੇ ਉੱਤੇ ਕਿਹੜੀ ਚੀਜ਼ ਰੁਕਾਵਟ ਹੈ, ਕਿਹੜੀ ਚੀਜ਼ ਰੋਕਦੀ ਹੈ? ਇਹ ਸਾਖੀ ਵਿੱਚੋਂ ਸਾਨੂੰ ਉਹਨਾਂ ਦੀ ਘਟਨਾ ਦੇ ਵਿੱਚੋਂ ਪਤਾ ਲੱਗ ਜਾਏਗਾ। ਧਿਆਨ ਦਿਓ ਇੱਧਰ ਆਓ। ਇਹ ਕਿੰਨਾ ਬਰੀਕ ਵਿਸ਼ਾ ਹੈ, ਧਰਮ ਦਾ ਵਿਸ਼ਾ ਕਿੰਨਾ ਬਰੀਕ ਇਸ ਘਟਨਾ ਵਿੱਚੋਂ ਪਤਾ ਲੱਗਦਾ ਹੈ। ਕਹਿੰਦੇ ਨੇ ਬਾਬਾ ਅਤਰ ਸਿੰਘ ਜਦੋਂ ਹਜ਼ੂਰ ਸਾਹਿਬ ਗਏ ਸਨ ਤੇ ਰਾਹ ਵਿੱਚ ਕਿਸੇ ਨੇ ਥੋੜੀ ਜਿਹੀ ਮਾਇਆ ਕੱਪੜੇ ਵਿੱਚ ਬੰਨ੍ਹ ਕੇ ਉਹਨਾਂ ਦੇ ਲੱਕ ਨਾਲ ਬੰਨ੍ਹ ਦਿੱਤੀ। ਮਾਇਆ ਜਦੋਂ ਲੱਕ ਨਾਲ ਬੰਨੀ, ਨਾਲ ਲੈ ਲਈ। ਉਹਨਾਂ ਨੇ ਕਿਹਾ ਵੀ ਰਸਤੇ ਵਿੱਚ ਲੋੜ ਪੈਂਦੀ, ਮਾਇਆ ਮਾੜੀ ਨਹੀਂ, ਲੈ ਜਾਓ ਨਾਲ, ਇਸ ਨੂੰ ਨਾਲ ਲੈ ਕੇ ਚਲੇ ਗਏ। ਉੱਥੇ ਜਾ ਕੇ ਇੱਕ ਖਿਆਲ ਆਇਆ ਵੀ ਇਹਨੂੰ ਰੱਖੀਏ ਕਿੱਥੇ? ਕਹਿੰਦੇ ਨੇ ਜਿੱਥੇ ਪਾਠ ਕਰਦੇ ਸਨ ਉਹਦੇ ਨਾਲ ਇੱਕ ਝਾੜੀ ਸੀ। ਉਸ ਝਾੜੀ ਦੇ ਵਿੱਚ ਇੱਕ ਛੋਟਾ ਜਿਹਾ ਟੋਇਆ ਬਣਾ ਕੇ ਨਾ ਉਹਨਾਂ ਕੱਪੜੇ ਵਿੱਚ ਬੱਝੀ ਹੋਈ ਮਾਇਆ ਦੱਬ ਕੇ ਉੱਤੇ ਮਿੱਟੀ ਪਾ ਦਿੱਤੀ। ਮਿੱਟੀ ਪਾ ਕੇ ਬੈਠ ਗਏ। ਰੋਜ਼ ਉੱਥੇ ਬਹਿ ਕੇ ਉਹਨਾਂ ਬਾਣੀ ਪੜ੍ਹਨੀ, ਅਭਿਆਸ ਕਰਨਾ। ਉਹ ਝਾੜੀ ਦੀ ਜੜ ਦੇ ਨਾਲ ਉਹ ਮਾਇਆ ਦੱਬੀ। ਪਰ ਜਦੋਂ ਉਹਨਾਂ ਨੇ ਪਾਠ ਕਰਨਾ ਨਾ, ਤੇ ਕਦੀ ਪਾਠ ਕਰਦਿਆਂ ਕਰਦਿਆਂ ਸਵੇਰੇ ਬਹਿੰਦੇ ਸਨ, ਸ਼ਾਮ ਤੱਕ ਅਭਿਆਸ ਕਰਦੇ ਸਨ। ਵਿੱਚ ਵਿੱਚ ਬਿਰਤੀ ਜਿਹੜੀ ਵਾਰ-ਵਾਰ ਉਸ ਝਾੜੀ ਦੀ ਜੜ ਵਿੱਚ ਦੱਬੀ ਹੋਈ ਮਾਇਆ ਵਿੱਚ ਜਾਂਦੀ ਹੈ, ਵਾਰ-ਵਾਰ ਉਹਦੇ ਵਿੱਚ ਚਲੀ ਜਾਂਦੀ। ਵੇਖੋ ਇਹ ਅਸੀਂ ਕਹਿੰਦੇ ਹਾਂ ਵੀ ਅਸੀਂ ਇੰਨਾ ਕੀਤਾ ਹੈ, ਮਿਲਿਆ ਨਹੀਂ। ਇਹ ਚੀਜ਼ ਜਦੋਂ ਮੈਂ ਪੜ੍ਹੀ ਮੈਨੂੰ ਪਤਾ ਲੱਗਾ ਆਪਾਂ ਤੇ ਝਾੜੀ ਦੇ ਵਿੱਚ ਹੀ ਰਹਿੰਦੇ ਹਾਂ ਸਾਰਾ ਟਾਈਮ। ਗੱਲ ਕਿੱਥੋਂ ਬਣੇ? ਝਾੜੀ ਵਿੱਚ ਖਿਆਲ ਚਲਾ ਗਿਆ ਉਸ ਮਾਇਆ ਜਿੱਥੇ ਦੱਬ ਕੇ ਆਏ ਸੀ ਨਾ। ਕਹਿੰਦੇ ਨੇ ਪਾਠ ਛੱਡਿਆ ਵਿੱਚ ਹੀ, ਉੱਠ ਕੇ ਟੋਇਆ ਪੱਟਿਆ ਤੇ ਉਹ ਕੱਪੜਾ ਕੱਢ ਕੇ ਤੇ ਜਿਹੜੀ ਮਾਇਆ ਸੀ ਸਾਰੀ ਖਿਲਾਰ ਦਿੱਤੀ, ਗੋਦਾਵਰੀ ਵਿੱਚ ਸਿੱਟ ਦਿੱਤੀ। ਕੋਲ ਇੱਕ ਸੇਵਾਦਾਰ ਉਹ ਪ੍ਰਸ਼ਾਦਾ ਛਕਾਉਂਦਾ ਸੀ। ਕਹਿੰਦੇ ਇਹ ਕੀਤਾ। ਕਹਿੰਦੇ ਜਦੋਂ ਮੇਰੀ ਸੁਰਤ ਬਿਲਕੁਲ ਨੇੜੇ ਜਾਂਦੀ ਸੀ ਨਾ ਜੁੜਨ ਦੇ, ਉਦੋਂ ਇਹ ਪੋਟਲੀ ਅੱਗੇ ਆ ਜਾਂਦੀ ਸੀ, ਮੇਰੇ ਖੜੀ ਹੋ ਜਾਂਦੀ ਸੀ, ਧਿਆਨ ਉੱਧਰ ਚਲਾ ਜਾਂਦਾ। ਪਹਿਲਾਂ ਇਹਦਾ ਕੰਮ ਨਿਬੇੜ ਕੇ ਆਵਾਂ। ਜਿਹੜੇ ਲੋਕ ਇੰਨੀ ਉਚਾਈ ਤੱਕ ਚਲੇ ਗਏ, ਯਾਦ ਰੱਖਣਾ ਹੈ, ਤੇ ਰੱਬ ਦੇ ਪਿਆਰੇ ਸਨ, ਜਿਨ੍ਹਾਂ ਦੀਆਂ ਪੁਰਾਣੀਆਂ ਕਮਾਈਆਂ ਸਨ, ਪੋਟਲੀ ਉਹਨਾਂ ਦੇ ਵੀ ਅੱਗੇ ਆ ਗਈ। ਆਪਾਂ ਤੇ ਰਹਿੰਦੇ ਪੋਟਲੀਆਂ ਦੇ ਵਿੱਚ ਆ ਚੌਵਾਂ ਪਾਸੇ। ਆਪਾਂ ਕਿੱਥੇ ਤੁਰਾਂਗੇ? ਚੌਵਾਂ ਪਾਸੇ ਸਾਨੂੰ ਘੇਰਿਆ ਹੋਇਆ ਉਹਨਾਂ ਪੋਟਲੀਆਂ ਦਾ।
ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਤ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇ ਪੰਡੇ ਚੁੱਕੀ ਫਿਰਨਾ। ਕਿੰਨੀਆਂ ਪੰਡਾਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਚਨ ਕਹਿੰਦੇ ਨੇ, ਜਿਹਦੇ ਵਿੱਚ ਸ਼ਬਦ ਆਉਂਦੇ ਨੇ, ਵਿਕਾਰ ਪਾਥਰ ਗਲੇ ਬਾਂਧੇ। ਗਲ ਵਿੱਚ ਵਿਕਾਰਾਂ ਦੇ ਪੱਥਰ ਬੰਨੇ ਹੋਏ ਨੇ। ਨਿੰਦ ਪੋਟ ਸਿਰਾਏ। ਪੋਟ ਦਾ ਅਰਥ ਹੈ ਪੰਡ। ਨਿੰਦਿਆ ਦੀ ਪੰਡ ਸਿਰ ਤੇ ਰੱਖੀ ਹੋਈ ਹੈ। ਸੰਸਾਰ ਸਾਗਰ ਮਹਾ ਬਿਖੜਾ, ਪਾਰ ਨਾ ਪਰਨਾ ਜਾਏ। ਇੱਕ ਬੰਦਾ ਪਾਣੀ ਵਿੱਚੋਂ ਲੰਘੇ, ਇੱਕ ਪੰਡ ਸਿਰ ਤੇ ਹੋਵੇ, ਇੱਕ ਗਲੇ ਵਿੱਚ ਪੱਥਰਾਂ ਦੀ ਮਾਲਾ ਪਾਈ ਹੋਵੇ, ਤੁਰਨਾ ਬੜਾ ਔਖਾ ਹੈ। ਕਿਵੇਂ ਲੰਘੇਗਾ, ਕਿਵੇਂ ਜਾਏਗਾ? ਇਸ ਕਰਕੇ ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਚੀਜ਼ਾਂ, ਇਹ ਨਹੀਂ ਕਿ ਕੋਲ ਰੱਖਣ ਨਾਲ ਇਹ ਰੁਕਾਵਟ ਪਾਉਂਦੀਆਂ ਨੇ, ਇਹਦਾ ਅਰਥ ਇਹ ਨਹੀਂ। ਪਰ ਇਹ ਸੰਸਾਰ ਦੀ ਇੱਕ ਇੱਕ ਵਿਚਾਰ ਸਾਨੂੰ ਮੁਕਤੀ ਦੇ ਰਾਹ ਤੋਂ, ਇੱਥੇ ਮੁਕਤੀ ਦੇ ਅਰਥ ਸਰੀਰ ਛੱਡਣਾ ਨਹੀਂ, ਸੰਸਾਰ ਛੱਡਣਾ ਨਹੀਂ। ਮੁਕਤੀ ਦੇ ਅਰਥ ਨੇ ਇਹਨਾਂ ਚੀਜ਼ਾਂ ਦਾ ਮਨ ਵਿੱਚੋਂ ਕੱਢ ਦੇਣਾ। ਗੁਰਮਤਿ ਦੇ ਵਿੱਚ ਸਤਿਗੁਰੂ ਨੇ ਜਿਹੜਾ ਮੇਰੀ ਪੀਰੀ ਦਾ ਕਨਸੈਪਟ ਸਾਨੂੰ ਦਿੱਤਾ ਹੈ, ਸਿਧਾਂਤ ਦਿੱਤਾ ਹੈ, ਉਹ ਬੜਾ ਅਜੀਬ ਹੈ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਅਕਾਲ ਤਖਤ ਸਾਹਿਬ ਤੇ ਆਏ, ਤਖਤ ਬਣਾਇਆ, ਤੇ ਜਦੋਂ ਉਹਨਾਂ ਕੋਲ ਕਈ ਫਕੀਰ ਆਏ ਸਨ, ਜਿਹੜੇ 5 ਪਾਤਸ਼ਾਹਾਂ ਕੋਲ ਆਉਂਦੇ ਰਹੇ, ਉਹਨਾਂ ਨੇ ਇੱਕੋ ਹੀ ਸਵਾਲ ਕੀਤਾ ਸੀ ਵੀ ਗੁਰੂ ਸਾਹਿਬ ਤੁਸੀਂ ਘੋੜੇ ਸ਼ਸਤਰ ਸਾਜੋ ਸਮਾਨ ਕਲਗੀਆਂ ਲੱਗੀਆਂ ਨੇ, ਦਰਬਾਰ ਸਜੇ ਨੇ, ਇਹ ਕੀ ਕਰਦੇ ਹੋ? ਤੇ ਸਤਿਗੁਰੂ ਨੇ ਕਿਹਾ ਮੇਰੀ ਪੀਰੀ। 2 ਗੱਲਾਂ ਕਹੀਆਂ। ਹੈ ਬੜਾ ਔਖਾ ਇਸ ਨੂੰ, ਕਿਉਂਕਿ ਇਹਨਾਂ ਦਾ ਜਿੱਥੇ ਮੇਰੀ ਤੇ ਪੀਰੀ ਇਕੱਠੀਆਂ ਹੋ ਜਾਣ ਨਾ, ਜਿੱਥੇ ਸੰਸਾਰ ਤੇ ਧਰਮ ਇਕੱਠਾ ਕਰ ਦਿੱਤਾ ਜਾਏ, ਉੱਥੇ ਇਹਨਾਂ ਨੂੰ ਠੀਕ ਥਾਂ ਤੇ ਜੋੜ ਕਰਨਾ, ਅਸੈਂਬਲ ਕਰਨਾ ਬੜਾ ਔਖਾ ਹੈ, ਕਿਉਂਕਿ ਗਲਤ ਹੋ ਹੀ ਜਾਂਦਾ ਹੈ। ਗੁਰੂ ਸਾਹਿਬ ਨੇ ਧਰਮ ਤੇ ਸੰਸਾਰ ਤੇ ਇਕੱਠਾ ਕੀਤਾ ਸੀ, ਪਰ ਉਹਨਾਂ ਦਾ ਇੱਕ ਪ੍ਰਯੋਜਨ ਸੀ, ਧਰਮ ਨੂੰ ਤੂੰ ਹਿਰਦੇ ਦੇ ਅੰਦਰ ਰੱਖਣਾ ਹੈ ਤੇ ਸੰਸਾਰ ਇਹਦੀ ਪਰਿਕਰਮਾ ਕਰਦਾ ਰਵੇ ਮਨ ਦੀ। ਇਹ ਸਿਧਾਂਤ ਦਿੱਤਾ ਸੀ। ਤੂੰ ਪੀਰੀ ਨੂੰ ਅੰਦਰ ਰੱਖਣਾ ਹੈ ਤੇ ਮੇਰੀ ਇਹਦੀ ਪਹਿਰੇਦਾਰ ਹੋਵੇ, ਆਲੇ ਦੁਆਲੇ ਪਰਿਕਰਮਾ ਕਰੇ। ਪੀਰੀ ਅੰਦਰ, ਮੇਰੀ ਆਲੇ ਦੁਆਲੇ ਪਰਿਕਰਮਾ ਕਰੇ। ਧਰਮ ਅੰਦਰ ਰਵੇ, ਧਨ ਬਾਹਰ ਪਰਿਕਰਮਾ ਕਰੇ। ਇਸ ਤਰ੍ਹਾਂ ਜੋੜ ਲਾਇਆ ਸੀ ਸੱਚੇ ਪਾਤਸ਼ਾਹ ਨੇ। ਹੁਣ ਚੀਜ਼ਾਂ ਤੇ ਗਲਤ ਨਹੀਂ ਸਨ, ਪਰ ਜੇ ਇਹਨਾਂ ਨੂੰ ਅਸੀਂ ਠੀਕ ਥਾਂ ਤੇ ਜੋੜਿਆ ਨਾ, ਮੈਨੂੰ ਇੰਝ ਲੱਗਦਾ ਵੀ ਧਨ ਸਾਡੇ ਅੰਦਰ ਚਲਾ ਗਿਆ ਤੇ ਧਰਮ ਜਿਹੜਾ ਪਰਿਕਰਮਾ ਕਰਦਾ ਫਿਰਦਾ, ਉਲਟ ਕਰ ਦਿੱਤਾ, ਪੁੱਠਾ ਕਰਤਾ ਸਭ ਕੁਝ। ਹੁਣ ਧਨ ਸਾਡੇ ਅੰਦਰ, ਰਾਜਨੀਤੀ ਚਲੀ ਗਈ ਅੰਦਰ ਤੇ ਧਰਮ ਬਣ ਗਿਆ ਚੌਕੀਦਾਰ। ਤੁਸੀਂ ਕਦੀ ਵੇਖੋ ਵੀ ਜਿਹੜੇ ਧਾਰਮਿਕ ਅਹੁਦਿਆਂ ਤੇ ਬੰਦੇ ਬੈਠੇ ਨੇ, ਉਹਨਾਂ ਨੂੰ ਨਿਯੁਕਤ ਕਰਨਾ ਰਾਜਨੀਤਿਕ ਬੰਦੇ ਨੇ। ਕਿੱਥੇ ਮੇਰੀ ਪੀਰੀ ਦਾ ਸਿਧਾਂਤ ਚੱਲਦਾ ਹੈ, ਕਿੱਥੇ ਚੱਲਿਆ? ਗੁਰੂ ਸਾਹਿਬ ਨੇ ਮੇਰੀ ਪੀਰੀ ਦਾ ਸਿਧਾਂਤ ਇਹ ਦਿੱਤਾ ਸੀ ਕਿ ਪਾਵਰ ਧਰਮ ਕੋਲ ਤੇ ਰਾਜਨੀਤੀ ਉਹਦੀ ਚੌਕੀਦਾਰ ਹੈ, ਉਹਦੇ ਬਾਹਰ ਕੰਮ ਕਰਨ ਲਈ। ਰਾਜਨੀਤੀ ਵਿੰਗ ਉਹਦਾ ਇੱਕ ਬਾਅਦ ਵਿੱਚ ਬਣਿਆ, ਰਾਜਨੀਤੀ ਬਾਅਦ ਵਿੱਚ ਆਈ। ਖਿਆਲ ਰੱਖਣਾ, 5 ਗੁਰੂ ਸਾਹਿਬਾਨ ਨੇ ਪਹਿਲਾਂ ਧਰਮ ਨੂੰ ਜਨਮ ਦਿੱਤਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ, ਤੇ ਰਾਜਨੀਤੀ ਬਾਅਦ ਵਿੱਚ ਪੈਦਾ ਹੋਈ, ਤਖਤ ਬਾਅਦ ਵਿੱਚ ਬਣਿਆ, ਹਰਿਮੰਦਰ ਸਾਹਿਬ ਪਹਿਲਾਂ ਬਣਿਆ। ਪਰ ਅਸੀਂ ਸਭ ਕੁਝ ਪਲਟ ਕੇ ਰੱਖ ਦਿੱਤਾ, ਤਾਂ ਇਹ ਗਲਤੀ ਹੋਈ। ਜਦੋਂ ਸਤਿਗੁਰੂ ਕਹਿ ਰਹੇ ਨੇ ਕਿ ਚਾਕਰ ਉਹ ਹੈ ਜਿਹੜਾ ਗੁਰੂ ਤੋਂ ਜਵਾਬ ਨਹੀਂ ਮੰਗਦਾ, ਪੁੱਛਦਾ ਨਹੀਂ, ਉਹ ਹੈ ਉਹਦਾ ਚਾਕਰ। ਪਰ ਜਿਹੜਾ ਜਵਾਬ ਮੰਗ ਲੈ, ਉਹ ਕਿਵੇਂ ਸੇਵਾਦਾਰ ਹੋ ਸਕਦਾ ਹੈ? ਕਿਵੇਂ ਉਹਦਾ ਸੰਬੰਧ ਹੈ? ਹਜ਼ੂਰ ਕਹਿੰਦੇ ਚਾਕਰ ਕਹੀਏ ਖਸਮ ਕਾ ਸੌ ਹੈ ਉੱਤਰ ਦੇ, ਗੁਰੂ ਤੋਂ ਹਿਸਾਬ ਮੰਗਣ ਲੱਗ ਪਵੇ। ਵਜੋਂ ਗਵਾਏ ਆਪਣਾ, ਜਿਹੜੀ ਵਜੋਂ ਦਾ ਅਰਥ ਹੈ ਤਨਖਾਹ, ਜਿਹੜੀ ਤਨਖਾਹ ਮਿਲਦੀ ਸੀ ਉਹਦੇ ਵਿੱਚ ਵੀ ਰੁਕਾਵਟ ਆ ਜਾਏਗੀ। ਜਿਹੜੀ ਦਾਤ ਗੁਰੂ ਵੱਲੋਂ ਮਿਲ ਰਹੀ ਸੀ, ਉਹ ਦਾਤ ਵੀ ਵਿੱਚ ਹੀ ਰੁਕ ਗਈ। ਸੁੱਕ ਗਿਆ ਸੋਮਾ, ਬੜੀ ਜਲਦੀ ਸੁੱਕਦਾ। ਸਭ ਤੋਂ ਸੂਖਸ਼ਮ ਹੈ ਧਰਮ ਦੀ ਦਾਤ, ਬੜੀ ਜਲਦੀ ਇਹਦੇ ਵਿੱਚ ਰੁਕਾਵਟ ਆ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤਖਤ ਨਾ ਬੈਸੈ ਸੇ, ਉਹਨਾਂ ਦੇ ਤਖਤ ਗਵਾਚ ਜਾਂਦੇ ਨੇ, ਉਹਨਾਂ ਦੇ ਤਖਤ ਖੋਹ ਲੈ ਜਾਂਦੇ ਨੇ। ਜਗਤ ਦੇ ਤਖਤ ਵੀ ਤੇ ਪਰਮਾਤਮਾ ਦੇ ਘਰ ਦੇ ਤਖਤ ਵੀ ਉਹਨਾਂ ਤੋਂ ਖੁੱਸ ਜਾਂਦੇ ਨੇ,
ਜਿਹੜੇ ਆਪਣੇ ਗੁਰੂ ਨੂੰ ਜਵਾਬ ਦੇ ਦਿੰਦੇ ਨੇ। ਕਈ ਵਾਰੀ ਆਪਾਂ ਤਾਕਤ ਦੀ ਗੱਲ ਕਰਨੇ, ਕਈ ਵਾਰੀ ਆਪਾਂ ਰਾਜ ਦੀ ਗੱਲ ਕਰਨੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜ ਮੇਰੀ ਤਲੀ ਤੇ ਪਿਆ, ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਰਦਾਰ ਤੇ ਹੱਥ, ਤਲਦਾਰ ਤੇ ਤਲੀ। ਸਾਰੀ ਸੰਸਾਰ ਦੀ ਸ਼ਕਤੀ ਸਤਿਗੁਰਾਂ ਦੀ ਤਲੀ ਤੇ ਰੱਖੀ ਹੋਈ ਹੈ, ਪਰ ਉਹ ਸਾਨੂੰ ਉਡੀਕਦੇ ਨੇ ਇਹਨਾਂ ਵਿੱਚ ਸਮਰੱਥਾ ਕਦੋਂ ਹੋਵੇ ਲੈਣ ਦੀ। ਕਦੋਂ ਲੈਣਗੇ? ਸੋ ਦੇ ਕੇ ਵਾਪਸ ਲੈਣੀ ਪਈ। ਤਖਤ ਨਾ ਬੈਸੈ ਸੇ, ਉਹ ਤਖਤ ਤੇ ਨਹੀਂ ਬਹਿ ਸਕਦੇ। ਹਜੂਰ ਕਹਿੰਦੇ ਪ੍ਰੀਤਮ ਹੱਥ ਵਡਿਆਈਆਂ, ਜੈ ਭਾਵੈ ਤੈ ਦੇ। ਇਹ ਸਾਰੀਆਂ ਵਡਿਆਈਆਂ, ਇਹ ਸਾਰੀਆਂ ਬਖਸ਼ਾਂ ਗੁਰੂ ਦੇ ਹੱਥ ਵਿੱਚ ਨੇ। ਸਤਿਗੁਰੂ ਉਡੀਕ ਕਰਦੇ ਨੇ, ਸਿੱਖ ਕਦੋਂ ਗ੍ਰਾਹਕ ਬਣੇਗਾ, ਕਦੋਂ ਇਹ ਲੈਣ ਦੇ ਯੋਗ ਬਣੇਗਾ ਤੇ ਮੈਂ ਇਹਨੂੰ ਦਾਤਾਂ ਦਿਆਂਗਾ। ਪ੍ਰੀਤਮ ਹੱਥ ਵਡਿਆਈਆਂ, ਜੈ ਭਾਵੈ ਤੈ ਦੇ। ਆਪ ਕਰੇ ਕਿਸ ਆਖੀਐ, ਅਵਰ ਨਾ ਕੋਏ ਕਰੇ। ਇਹ ਸਭ ਕੁਝ ਕਰਨਹਾਰ, ਬਣਾਉਣ ਵਾਲਾ ਉਹ ਆਪ ਹੈ, ਹੋਰ ਕੋਈ ਨਹੀਂ। ਬੀਜੋ ਸੂਝੈ ਕੋ ਨਹੀਂ, ਬਹਿ ਦੁਲੀਚਾ ਪਾਏ। ਧਿਆਨ ਦੇਣਾ, ਅੱਖਰ ਬੜੇ ਮਹਿੰਗੇ ਨੇ। ਔਰ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੀਜ ਰੂਪ ਵਿੱਚ ਹੈ। ਫਿਰ ਉਸ ਬ੍ਰਾਹਮਣ ਨਾਲ ਗੱਲ ਕਰ ਰਹੇ ਨੇ ਜਿਹੜਾ ਬੜਾ ਵਿਦਵਾਨ ਹੈ ਦੱਖਣੀ ਭਾਰਤ ਵਿੱਚ, ਔਰ ਉਹ ਮੰਦਰ ਦੇ ਵਿੱਚ ਪੜ੍ਹਿਆ ਲਿਖਿਆ ਆਦਮੀ ਹੈ, ਇਸ ਲਈ ਸ਼ਬਦ ਮਹਿੰਗੇ ਵਰਤ ਰਹੇ ਨੇ। ਬੀਜੋ ਦਾ ਅਰਥ ਹੈ ਦੂਸਰਾ, ਸੂਝੈ ਕੋ ਨਹੀਂ। ਕਹਿੰਦੇ ਨੇ ਜਿਹੜੇ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜਿਹੜੇ ਲੋਕਾਂ ਨੇ ਸਾਂਝ ਬਣਾਈ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਹੋਰ ਕੋਈ ਵੀ ਦੂਸਰਾ ਨਹੀਂ ਜਿਹੜਾ ਪਰਮਾਤਮਾ ਦੀ ਬਰਾਬਰੀ ਕਰ ਲਵੇ। ਦੁਲੀਚੇ ਦਾ ਅਰਥ ਹੈ ਆਸਣ ਲਾ ਕੇ ਬਹਿਣਾ। ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਉਹਦੇ ਬਰਾਬਰ ਦਾ ਹੈ ਹੀ ਕੋਈ ਨਹੀਂ ਹੈ। ਸਾਰੇ ਇੱਥੇ ਆਉਣ ਜਾਣ ਵਾਲੇ ਨੇ, ਸਾਰੇ ਉਹਦੇ ਬਣਾਏ ਹੋਏ ਨੇ। ਜਾਚਕ ਅਨੇਕ ਸੋ ਏਕ ਦਵਈਆ, ਨਰਕ ਨਿਵਾਰਨ ਨਰ ਹੈ ਨਰ। ਜਿਨ੍ਹਾਂ ਤੇ ਉਹ ਕਿਰਪਾ ਕਰਦਾ ਹੈ, ਇੱਥੇ ਜਿਉਂਦੇ ਜੀ ਉਹਨਾਂ ਦਾ ਨਰਕ ਖਤਮ ਕਰ ਦਿੰਦਾ ਹੈ, ਉਹਨਾਂ ਨੂੰ ਦੁੱਖ ਵਿੱਚੋਂ ਕੱਢ ਕੇ ਆਨੰਦ ਦੀ ਦੁਨੀਆ ਵਿੱਚ ਲੈ ਜਾਂਦਾ ਹੈ। ਸਾਚੋ ਸਾਚੈ ਨਾਏ, ਪਰ ਇਹ ਸਾਰੀ ਕਲਾ ਨਰਕ ਨੂੰ ਨਿਵਾਰਨ ਦੀ, ਦੁੱਖਾਂ ਨੂੰ ਸੁੱਖਾਂ ਵਿੱਚ ਤਬਦੀਲ ਕਰਨ ਦੀ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਵਾਪਰਦੀ ਨੇ। ਇੱਕੋ ਹੀ ਚੀਜ਼ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਕੱਚ ਤੋਂ ਕੰਚਨ ਕਰ ਸਕਦੀ, ਉਹ ਹੈ ਗੁਰੂ ਕਾ ਸ਼ਬਦ। ਗੁਰੂ ਕਾ ਸ਼ਬਦ ਸਾਨੂੰ ਚੇਂਜ ਕਰ ਦੇਗਾ, ਮਿੱਟੀ ਨੂੰ ਸੋਨਾ ਬਣਾ ਸਕਦਾ ਹੈ, ਸਾਡੀ ਜ਼ਿੰਦਗੀ ਦੇ ਹਰ ਇੱਕ ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਸਕਦਾ ਹੈ। ਹਜੂਰ ਕਹਿੰਦੇ ਵਣ ਤ੍ਰਿਣ ਢੂੰਡਤ ਫਿਰ ਰਹੀ, ਮਨ ਮਹਿ ਕਰੋ ਵਿਚਾਰ। ਸਤਿਗੁਰੂ ਕਹਿੰਦੇ ਨੇ ਮੈਂ ਸਾਰੇ ਜਗਤ ਵਿੱਚ ਫਿਰ ਕੇ ਖੋਜ ਕੀਤੀ ਹੈ, ਢੂੰਡਿਆ ਤੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਜ਼ਿੰਦਗੀ ਦਾ ਲਕਸ਼ ਕਿਵੇਂ ਪੂਰਾ ਹੋਵੇ, ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ, ਮਨ ਦੀ ਭਟਕਣਾ ਕਿਵੇਂ ਦੂਰ ਹੋਵੇ। ਜਦੋਂ ਸਾਰਾ ਕੁਝ ਖੋਜਿਆ ਤੇ ਇੱਕ ਦਾਤ ਲੱਭੀ, ਉਹ ਕਿਹੜੀ ਸੀ? ਹਜੂਰ ਕਹਿੰਦੇ ਲਾਲ ਰਤਨ ਬਹੁ ਮਾਣ ਕੀ, ਸਤਿਗੁਰ ਹਾਥ ਭੰਡਾਰ। ਪਤਾ ਲੱਗਾ ਵੀ ਇਹ ਜਿਹੜੀ ਸੁੱਖ ਦੀ ਦਾਤ ਹੈ, ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਹੀਰਿਆਂ ਦੇ ਰੂਪ ਵਿੱਚ, ਰਤਨਾਂ ਦੇ ਰੂਪ ਵਿੱਚ ਭਰੀ ਹੋਈ ਹੈ। ਗੁਰੂ ਤੋਂ ਬਿਨਾਂ ਇਹ ਦਾਤ ਕਿਸੇ ਕੋਲ ਨਹੀਂ। ਭਾਵੇਂ ਜਗਤ ਦੀ ਸਾਰੀ ਦੌਲਤ ਮਨੁੱਖ ਇਕੱਠੀ ਕਰ ਲਵੇ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜੂਰ ਕਹਿੰਦੇ ਊਤਮ ਹੋਵਾਂ ਪ੍ਰਭ ਮਿਲੈ, ਇੱਕ ਮਨ ਏਕੈ ਪਾਏ। ਉੱਤਮ ਦਾ ਅਰਥ ਹੈ ਸ਼ੁੱਧ। ਜਿੰਨਾ ਚਿਰ ਮਨੁੱਖ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਉੱਤਮ ਨਹੀਂ ਕਰਦਾ, ਉਹਦੇ ਦਰ ਵਿੱਚ ਰਸਾਈ ਨਹੀਂ। ਉਹਦੀ ਇੱਕੋ ਹੀ ਕਸਵੱਟੀ ਹੈ, ਉਹਦੇ ਘਰ ਦੇ ਵਿੱਚ ਉਹਦੇ ਵਰਗੇ ਹੀ ਹੋਣਾ ਪੈਂਦਾ। ਇਸ ਤੋਂ ਬਿਨਾਂ ਉੱਥੇ ਸਾਂਝ ਬਣਦੀ ਹੀ ਨਹੀਂ। ਭਾਵੇਂ ਕੁਝ ਕਰ ਲਈਏ, ਉੱਥੇ ਪਾਲਿਸ਼ ਨਹੀਂ ਚੱਲਦੀ, ਉੱਥੇ ਰੰਗ ਰੋਗਨ ਨਹੀਂ ਚੱਲਦਾ। ਜਿੰਨਾ ਚਿਰ ਅਸੀਂ ਉਹਦੇ ਵਰਗੇ ਨਹੀਂ ਹੁੰਦੇ, ਉਹਨਾਂ ਚਿਰ ਉਹਦੇ ਦਰ ਤੇ ਰਸਾਈ ਨਹੀਂ, ਪਹੁੰਚ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ ਨਾਨਕ ਪ੍ਰੀਤਮ ਰਸ ਮਿਲੇ, ਲਾਹਾ ਲੈ ਪਰਥਾਏ।
ਪਰਥਾਏ ਦਾ ਅਰਥ ਹੈ ਪਰਲੋਕ ਵਾਸਤੇ ਘੱਲਣਾ ਘੱਲਣੀ। ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਧਨ ਨੂੰ ਇਕੱਠਾ ਕਰਨ ਵਾਸਤੇ ਹਿੰਮਤ ਕਰਨੀ, ਮੁਸ਼ੱਕਤ ਕਰਨੀ, ਘੱਲਣਾ ਕਰਨੀ। ਅਕਾਲ ਪੁਰਖ ਵਾਹਿਗੁਰੂ ਪ੍ਰੀਤਮ ਪਿਆਰਾ ਰਸ ਰੂਪ ਹੋ ਕੇ ਉਹਨਾਂ ਨੂੰ ਮਿਲਿਆ। ਉਹਨਾਂ ਦੀ ਜ਼ਿੰਦਗੀ ਦੇ ਸਾਰੇ ਰਸ ਪੂਰੇ ਹੋ ਗਏ ਜਿਨ੍ਹਾਂ ਨੇ ਉਹਦੇ ਨਾਮ ਦੀ ਘਾਲਣਾ ਕੀਤੀ। ਰਚਨਾ ਰਾਚ ਜਿਨ ਰਚੀ ਜਿਨ ਰਚਿਆ ਆਕਾਰ। ਇਹ ਅਕਾਲ ਪੁਰਖ ਵਾਹਿਗੁਰੂ ਨੇ ਜਿੰਨਾ ਆਕਾਰ ਜਿੰਨੀ ਸ੍ਰਿਸ਼ਟੀ ਰਚੀ ਹੈ, ਗੁਰਮੁਖ ਬੇਅੰਤ ਧਿਆਈਐ ਅੰਤ ਨਾ ਪਾਰਾਵਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਬ੍ਰਾਹਮਣ ਨੂੰ ਸਮਝਾ ਰਹੇ ਨੇ, ਉਹਨੂੰ ਕਹਿ ਰਹੇ ਨੇ ਬੇਅੰਤ ਨੂੰ ਧਿਆ ਜਿਹਦਾ ਅੰਤ ਨਹੀਂ। ਅੰਤ ਵਾਲੀਆਂ ਚੀਜ਼ਾਂ ਨੂੰ ਕੀ ਧਿਆਉਂਦਾ ਰਹਿਣਾ, ਜਿਹੜੀਆਂ ਚੀਜ਼ਾਂ ਦਾ ਆਪਣਾ ਹੀ ਅੰਤ ਹੋ ਜਾਣਾ, ਜਿਨ੍ਹਾਂ ਦਾ ਆਪਣਾ ਹੀ ਖਾਤਮਾ ਹੋਣਾ ਹੈ, ਉਹਨਾਂ ਨੂੰ ਕੀ ਧਿਆਉਣਾ ਹੋਇਆ। ਧਿਆਉਣਾ ਕਿਸ ਨੂੰ ਚਾਹੀਦਾ ਹੈ? ਜਿਹਦਾ ਅੰਤ ਨਹੀਂ ਹੈ। ਆਓ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਬਖਸ਼ਿਸ਼ ਕਰਨੀ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, 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 ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੁਏ ਹੋ, ਨਾਨਕ ਚਾਹੁਏ ਹੋ, ਨਾਨਕ ਚਾਹੁਏ ਹੋ, ਨਾਨਕ ਚਾਹੁਏ ਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸੋ ਸਤਿਗੁਰੂ ਬਖਸ਼ਿਸ਼ ਕਰਨ, ਆਪਣਾ ਉੱਚਾ ਸੁੱਚਾ ਸਿਧਾਂਤ ਸਾਡੇ ਜੀਵਨ ਵਿੱਚ ਵਰਤਾਉਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।